ਲੜੀਵਾਰ ਕਥਾ ਸਤਿਗੁਰਾਂ ਦੇ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਅੱਜ ਦੇ ਪਾਵਨ ਬਚਨ ਦੀ ਬਖਸ਼ਿਸ਼ ਕਰ ਰਹੇ ਨੇ। 749 ਅੰਗ ਤੇ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਓ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਇਹ ਸੁਆਮੀ ਜਿਸ ਦੇ ਸਿਰ ਉੱਪਰ ਤੂੰ ਹੈ, ਸੋ ਦਾ ਮਤਲਬ ਉਹ ਕਿਵੇਂ ਕਿਸੇ ਪ੍ਰਕਾਰ ਦਾ ਦੁੱਖ ਪਾ ਸਕਦਾ। ਹੁਣ ਸਵਾਲ ਹੈ ਕਿ ਪ੍ਰਮਾਤਮਾ ਕੇਵਲ ਕੁਝ ਚੁਣਿੰਦੇ ਲੋਕਾਂ ਦੇ ਸਿਰ ਉੱਤੇ ਹੈ ਕਿ ਉਹ ਸੰਸਾਰ ਦੇ ਹਰ ਪ੍ਰਾਣੀ ਦੇ ਸਿਰ ਉੱਤੇ ਨਹੀਂ, ਕਿ ਉਹ ਸੰਸਾਰ ਦੇ ਹਰ ਮਨੁੱਖ ਦੇ ਸਿਰ ਉੱਤੇ ਨਹੀਂ। ਜੇ ਉਹ ਸਾਰਿਆਂ ਦੇ ਸਿਰ ਉੱਤੇ ਹੈ ਤੇ ਫਿਰ ਸੰਸਾਰ ਦੇ ਜੀਵ ਦੁਖੀ ਕਿਉਂ ਨੇ? ਪਰ ਇੱਥੇ ਸਤਿਗੁਰੂ ਕਹਿ ਰਹੇ ਨੇ ਜਿਸ ਕੇ, ਯਾਨੀ ਕਿ ਕੁਝ ਕੁ ਲੋਕ ਨੇ ਜਿਨ੍ਹਾਂ ਤੇ, ਜਦੋਂ ਜਿਸ ਕੇ ਸ਼ਬਦ ਵਰਤਿਆ ਇਹਦਾ ਮਤਲਬ ਕੁਝ ਕੁ ਚੁਣਿੰਦਾ ਲੋਕ ਹੋਣਗੇ, ਸਾਰਿਆਂ ਦੀ ਗੱਲ ਨਹੀਂ ਹੋ ਰਹੀ। ਕੀ ਪ੍ਰਮਾਤਮਾ ਵਿਤਕਰਾ ਰੱਖਦਾ? ਕਿ ਪਰਮੇਸ਼ਰ ਵੀ ਇਹ ਵਿਤਕਰਾ ਰੱਖਦਾ ਵੀ ਇਹਦੇ ਸਿਰ ਤੇ ਮੈਂ ਹੱਥ ਰੱਖਣਾ, ਇਹਦੇ ਤੇ ਨਹੀਂ ਰੱਖਣਾ? ਇਹ ਉਹਦੀ ਦ੍ਰਿਸ਼ਟੀ ਵਿੱਚ ਭੇਦਵਾਦੀ ਦ੍ਰਿਸ਼ਟੀ ਹੈ। ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਦੇ ਸਿਰ ਤੇ ਆਏ ਦੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸੂਰਜ ਚੜ੍ਹਿਆ, ਇਹ ਰੌਸ਼ਨੀ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਲਈ ਹੈ, ਪਰ ਉੱਲੂਆਂ ਨੂੰ ਇਹ ਸਮਝ ਨਹੀਂ ਆਉਂਦੀ। ਚਮਗਿੱਦੜਾਂ ਨੂੰ ਇਸ ਰੋਸ਼ਨੀ ਬਾਰੇ ਕੁਝ ਨਹੀਂ ਪਤਾ। ਉੱਲੂ ਇਹਦੀ ਸਾਰ ਨੂੰ ਨਹੀਂ ਜਾਣਦੇ। ਉਹਨਾਂ ਵਾਸਤੇ ਤਾਂ ਇਹ ਅੰਧਕਾਰ ਹੈ। ਕੀ ਹੁਣ ਇਹ ਵਿਤਕਰਾ ਸੂਰਜ ਨੇ ਰੱਖਿਆ? ਨਹੀਂ, ਉੱਲੂਆਂ ਤੇ ਚਮਗਿੱਦੜਾਂ ਦੀ ਆਪਣੀ ਬਿਰਤੀ ਹੈ, ਉਹਨਾਂ ਨੂੰ ਇਹ ਨਜ਼ਰ ਹੀ ਨਹੀਂ ਆ ਰਹੀ, ਇਹ ਰੋਸ਼ਨੀ ਦਿਸਦੀ ਨਹੀਂ। ਉਹਨਾਂ ਦੀਆਂ ਅੱਖਾਂ ਹੀ ਐਸੀਆਂ ਪਰਮੇਸ਼ਰ ਨੇ ਬਣਾਈਆਂ। ਪਾਰ ਬ੍ਰਹਮ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਦੇ ਸਿਰ ਉੱਤੇ ਹੈ, ਪਰ ਕੁਝ ਲੋਕ ਹੁੰਦੇ ਨੇ ਉੱਲੂਆਂ ਤੇ ਚਮਗਿੱਦੜਾਂ ਦੇ ਸਮਾਨ ਕਿ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਜਿਨ੍ਹਾਂ ਨੂੰ ਦਿਸ ਪਿਆ ਕਿ ਉਹ ਸਾਡੇ ਸਿਰ ਉੱਤੇ ਹੈ, ਫਿਰ ਉਹ ਦੁੱਖ ਨੂੰ ਵੀ ਦੁੱਖ ਕਰਕੇ ਨਹੀਂ ਮੰਨਦੇ। ਦੁੱਖ ਨੂੰ ਵੀ ਦੁੱਖ ਕਰਕੇ ਨਹੀਂ ਮੰਨਦੇ। ਇੱਥੇ ਉਹਨਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੇ ਅਨੁਭਵ ਕਰ ਲਿਆ, ਜਿਨ੍ਹਾਂ ਨੇ ਉਸ ਨੂੰ ਸਾਖਸ਼ਾਤਕਾਰ ਕਰ ਲਿਆ ਕਿ ਉਹ ਸਾਡੇ ਸਿਰ ਤੇ ਹੈ, ਸਿਰ ਤੇ ਹੱਥ ਧਰੀ ਬੈਠਾ ਹੈ। ਜਿਨ੍ਹਾਂ ਇਹ ਜਾਣ ਲਿਆ ਕਿ ਮੈਂ ਗੂੰਗਾ ਛੱਜੂ ਹਾਂ ਤੇ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਮੇਰੇ ਸਿਰ ਤੇ ਛੜੀ ਧਰੀ ਹੋਈ ਹੈ। ਬਸ ਗੱਲ ਤਾਂ ਉਸ ਛੜੀ ਦੀ ਹੈ, ਸਿਰ ਤੇ ਧਰ ਦਿੱਤੀ। ਉਹਨਾਂ ਨੂੰ ਫਿਰ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਪ੍ਰਾਪਤ ਹੁੰਦਾ। ਉਹ ਕਿਵੇਂ ਕਿਸੇ ਤਰ੍ਹਾਂ ਦਾ ਦੁੱਖ ਪਾ ਸਕਦੇ ਜਦੋਂ ਦੁੱਖਾਂ ਨੂੰ ਨਿਵਾਰਨ ਵਾਲਾ ਸਾਹਿਬ ਉਹਨਾਂ ਦੇ ਸਿਰ ਉੱਤੇ ਹੈ। ਦੁੱਖ ਤੇ ਸੁੱਖ ਦਾ ਸੰਬੰਧ ਕੇਵਲ ਬਾਹਰੀ ਸਰੀਰ ਨਾਲ ਹੈ, ਸੰਸਾਰੀ ਦੁੱਖ ਸੁੱਖ ਦਾ ਸੰਬੰਧ ਤਨ ਨਾਲ ਹੈ, ਤਨ ਨਾਲ ਜੁੜੇ ਹੋਏ ਮਨ ਨਾਲ ਹੈ। ਪਰ ਜਿੱਥੇ ਆਤਮ ਰਾਮ ਦਾ ਪ੍ਰਕਾਸ਼ ਹੈ, ਉੱਥੇ ਸੰਸਾਰ ਦਾ ਕੋਈ ਸੁੱਖ ਦੁੱਖ ਦੋਨੇ ਬਿਰਤੀਆਂ ਨਹੀਂ ਪਹੁੰਚਦੀਆਂ। ਉਹ ਹਰਖ ਸੋਗ ਦੋਨਾਂ ਤੋਂ ਨਿਆਰੀ ਅਵਸਥਾ ਹੁੰਦੀ।
ਦੋਨਾਂ ਤੋਂ ਨਿਆਰੇ। ਉੱਥੇ ਨਾ ਹਰਖ ਹੈ ਨਾ ਸੋਭ ਹੈ, ਦੋਨਾਂ ਵਿੱਚ ਇੱਕ ਸਮਾਨ ਬਿਰਤੀ। ਤੋ ਇੱਥੇ ਗਰੀਬ ਨਵਾਜ ਸਾਹਿਬ ਜੀ ਉਸ ਅਵਸਥਾ ਦਾ ਜ਼ਿਕਰ ਕਰਦੇ ਆ, ਕਹਿੰਦੇ ਹੇ ਪ੍ਰਭੂ, ਜਿਸ ਦੇ ਸਿਰ ਉੱਪਰ ਤੂੰ ਹੈ ਸੁਆਮੀ, ਉਹ ਕਿਵੇਂ ਕਿਸੇ ਪ੍ਰਕਾਰ ਦਾ ਦੁੱਖ ਪਾ ਸਕਦਾ ਹੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨ ਆਵੈ। ਜਿਹੜੇ ਮਨਮੁਖ ਲੋਕ ਨੇ ਉਹਨਾਂ ਦੀ ਦਸ਼ਾ ਕਿਹੋ ਜਿਹੀ ਹੈ? ਸੰਪਰਦਾਈ ਅਰਥ ਇਹ ਨੇ, ਸੰਪਰਦਾਈ ਅਰਥ ਇਹ ਹਨ ਕਿ ਜਿਹੜੇ ਹੰਕਾਰੀ ਲੋਕ ਨੇ, ਹੰਕਾਰ ਦੇ ਨਸ਼ੇ ਵਿੱਚ ਮੱਤੇ ਹੋਏ, ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਦੇ ਬੋਲ ਬੋਲਣੇ ਨਹੀਂ ਆਉਂਦੇ, ਉਹਨਾਂ ਨੂੰ ਬੋਲਣ ਦਾ ਚੱਜ ਨਹੀਂ ਹੁੰਦਾ। ਜਿਹੜੇ ਮਾਇਆ ਦੇ ਨਸ਼ੇ ਵਿੱਚ ਮੱਤੇ ਹੋਣ, ਖਾਣ ਨੂੰ ਪੈਂਦੇ ਆ ਲੋਕਾਂ ਨੂੰ, ਉਹ ਸਮਝਦੇ ਆ ਬਸ ਅਸੀਂ ਆ। ਮਾਇਆ ਦੇ ਨਸ਼ੇ ਵਿੱਚ ਮਸਤ ਹੋਏ ਮਨੁੱਖ ਨਿਮਰਤਾ ਹਲੀਮੀ ਵਾਲੇ ਬੋਲ, ਭਗਤੀ ਭਾਵਨਾ ਵਾਲੇ ਬੋਲ ਨਹੀਂ ਜਾਣਦੇ। ਮਾਇਆ ਧਾਰੀ ਅਤ ਅੰਨਾ ਬੋਲਾ, ਉਹ ਜੋ ਬੋਲਣਗੇ ਫਿੱਕਾ ਹੀ ਬੋਲਣਗੇ। ਉਹਨਾਂ ਦੀ ਬੋਲੀ ਖਰਬੀ ਹੁੰਦੀ ਹੈ, ਉਹਨਾਂ ਦੀ ਬੋਲੀ ਖੁਸ਼ਕ ਹੁੰਦੀ ਹੈ, ਉਹਨਾਂ ਦੀ ਬੋਲੀ 'ਚ ਨਿਮਰਤਾ ਹਲੀਮੀ ਨਹੀਂ ਹੁੰਦੀ। ਜਿਹੜੇ ਮਾਇਆ ਦੇ ਨਸ਼ੇ ਵਿੱਚ ਮਸਤ ਹੁੰਦੇ ਨੇ, ਉਹਨਾਂ ਕੋਲੋਂ ਭਗਤੀ ਭਾਵਨਾ ਦੇ ਬੋਲ ਨਹੀਂ ਬੋਲ ਹੁੰਦੇ, ਤੇ ਉਹਨਾਂ ਨੂੰ ਭੁੱਲਿਆ ਹੁੰਦਾ ਕਿ ਇੱਕ ਦਿਨ ਮੈਂ ਮਰ ਜਾਣਾ। ਉਹਨਾਂ ਨੂੰ ਮਰਨਾ ਵੀ ਚੇਤੇ ਨਹੀਂ ਆਉਂਦਾ, ਉਹਨਾਂ ਨੂੰ ਮਰਨਾ ਵੀ ਭੁੱਲਿਆ ਹੁੰਦਾ। ਇਹ ਮੁੱਖ ਅਰਥ। ਦੂਸਰਾ ਅਰਥ ਇਸ ਤਰ੍ਹਾਂ ਵੀ, ਜਿਹਨੂੰ ਗੌਣ ਅਰਥ ਕਹਿੰਦੇ ਨੇ, ਇਸ ਤਰ੍ਹਾਂ ਵੀ ਕੀਤਾ ਜਾਂਦਾ ਹੈ, ਬੋਲ ਨਾ ਜਾਣੈ ਮਾਇਆ ਮਦ ਮਾਤਾ। ਜਿਹੜੇ ਰੱਬ ਦੇ ਪਿਆਰੇ ਭਗਤ ਨੇ, ਉਹ ਮਾਇਆ ਦੇ ਨਸ਼ੇ ਵਿੱਚ ਜਿਹੜੇ ਮਸਤ ਹੋਏ ਬੋਲ ਨੇ, ਉਹਨਾਂ ਬੋਲਾਂ ਨੂੰ ਬੋਲਣਾ ਨਹੀਂ ਜਾਣਦੇ। ਮਾਇਆ ਦੇ ਨਸ਼ੇ ਵਿੱਚ ਮਸਤ ਹੋਏ ਵਿਕਾਰੀ ਬੋਲਾਂ ਨੂੰ ਬੋਲਣਾ ਨਹੀਂ ਜਾਣਦੇ, ਔਰ ਉਹਨਾਂ ਨੂੰ ਮਰਨ ਦਾ ਵੀ ਕੋਈ ਖੌਫ ਨਹੀਂ, ਕੋਈ ਡਰ ਨਹੀਂ। ਉਹ ਕਹਿੰਦੇ ਅਸੀਂ ਸੁਰਖਰੂ ਹੋ ਗਏ ਹਾਂ, ਜਦੋਂ ਮਰਜੀ ਇਹ ਸਰੀਰ ਛੁੱਟ ਜਾਵੇ, ਹੁਣ ਕੁਝ ਕਰਨ ਨੂੰ ਬਾਕੀ ਨਹੀਂ ਰਿਹਾ, ਜੋ ਕਰਨਾ ਸੀ ਉਹ ਕਰ ਲਿਆ। ਹਾਂਜੀ। ਮੇਰੇ RAM ਰਾਏ, ਤੂੰ ਸੰਤਾਂ ਕਾ ਸੰਤ ਤੇਰੇ। ਹੇ ਮੇਰੇ RAM ਰਾਏ, ਤੂੰ ਸੰਤਾਂ ਦਾ ਹੈ ਔਰ ਸੰਤ ਤੇਰੇ ਹਨ। ਤੂੰ ਸੰਤਾਂ ਦਾ ਹੈ ਔਰ ਸੰਤ ਤੇਰੇ ਹਨ। ਹਾਂਜੀ। ਤੇਰੇ ਸੇਵਕ ਕਉ ਭਉ ਕਿਛ ਨਾਹੀ, ਜਮ ਨਹੀਂ ਆਵੈ ਨੀਰੇ। ਜਦੋਂ ਜੋਗਾ ਸਿੰਘ ਨੂੰ ਕਿਹਾ, ਜੋਗਿਆ ਕਿਸ ਜੋਗਾ? ਤੇ ਕਹਿੰਦਾ ਮਹਾਰਾਜ ਤੁਹਾਡੇ ਜੋਗਾ। ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮੈਂ ਤੇਰੇ ਜੋਗਾ। ਇਸੇ ਤਰ੍ਹਾਂ ਇੱਥੇ ਪਾਤਸ਼ਾਹ ਦੇ ਬਚਨ ਨੇ, ਸੰਤ ਤੇਰੇ ਨੇ, ਤੂੰ ਸੰਤਾਂ ਦਾ ਹੈ। ਤੇਰੇ ਸੇਵਕਾਂ ਨੂੰ ਭਉ ਨਹੀਂ ਹੈ ਕਿਸੇ ਵੀ ਪ੍ਰਕਾਰ ਦਾ। ਡਰ ਕਈ ਤਰ੍ਹਾਂ ਦੇ ਹੁੰਦੇ ਆ, ਵਿਦਵਾਨਾਂ ਨੇ 7 ਤਰ੍ਹਾਂ ਦਾ ਭੈ ਦੱਸਿਆ, ਪਰ ਭੈ ਵੀ ਅਣਗਿਣਤ ਪ੍ਰਕਾਰ ਦਾ ਹੈ। ਗੁਪਤ ਭੈ ਹੈ, ਆਪਣੇ ਪਾਪ ਦੇ ਉਗੜ ਜਾਣ ਦਾ ਭੈ ਹੈ, ਮੌਤ ਦਾ ਭੈ ਹੈ, ਕਾਲ ਦਾ ਭੈ ਹੈ, ਜਮ ਦਾ ਭੈ ਹੈ, ਜਨਮ ਮਰਨ ਦਾ ਭੈ ਹੈ। ਕਿੰਨੇ ਡਰ ਨੇ। ਔਲਾਦ ਨਾ ਵਿਗੜ ਜਾਏ ਉਹਦਾ ਭੈ ਹੈ, ਮੇਰਾ ਭਵਿੱਖ ਖਰਾਬ ਨਾ ਹੋ ਜਾਵੇ ਉਸ ਦਾ ਭੈ ਹੈ। ਹੇ ਪ੍ਰਭੂ, ਜਿਹੜੇ ਤੇਰੇ ਸੇਵਕ ਨੇ ਉਹਨਾਂ ਨੂੰ ਕੋਈ ਭਉ ਨਹੀਂ ਰਹਿੰਦਾ, ਕੋਈ ਡਰ ਨਹੀਂ ਰਹਿੰਦਾ, ਉਹ ਡਰ ਤੋਂ ਰਹਿਤ ਹੋ ਜਾਂਦੇ। ਜਮ ਨਹੀਂ ਆਵੈ ਨੇੜੇ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜਮ ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਉਹ ਆਪਣੇ ਸਰੀਰ ਨੂੰ ਜਦੋਂ ਤਿਆਗਦੇ ਆ ਤੇ ਦੇਵਗਣ ਆਉਂਦੇ ਆ ਉਹਨਾਂ ਪਾਸ, ਜਮਗਣ ਨਹੀਂ ਆਉਂਦੇ।
ਜਮ ਉਹਨਾਂ ਦੇ ਨੇੜੇ ਹੀ ਨਹੀਂ ਆ ਸਕਦੇ, ਉਹਨਾਂ ਦਾ ਪ੍ਰਤਾਪ ਐਸਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪਕੜਿਆ ਪਿੰਡ ਦੇ ਕੁਝ ਚੋਰਾਂ ਨੇ, ਕਹਿੰਦੇ ਮਾਰਾਂਗੇ। ਪਾਤਸ਼ਾਹ ਕਹਿੰਦੇ ਸੰਸਕਾਰ ਕਰ ਦਿਓ, ਸਾਹਮਣੇ ਅੰਗੀਠਾ ਬਲਦਾ, ਉੱਥੋਂ ਅੱਗ ਲੈ ਆਇਓ। ਇਸ਼ਾਰਾ ਕੀਤਾ, ਉੱਥੇ ਜਦੋਂ ਪਹੁੰਚੇ ਕੀ ਵੇਖਦੇ ਨੇ? ਜਮਦੂਤ ਤੇ ਦੇਵਦੂਤ ਆਪਸ 'ਚ ਲੜ ਰਹੇ ਨੇ। ਜਮ ਕਹਿੰਦੇ ਨੇ ਅਸੀਂ ਲੈ ਕੇ ਜਾਣਾ ਹੈ ਜਿਹੜਾ ਮਰਦਾ ਮੁਰਦਾ ਸੜਿਆ, ਦੇਵਦੂਤ ਕਹਿਣ ਅਸੀਂ ਲੈ ਕੇ ਜਾਣਾ। ਜਮ ਕਹਿਣ ਵੀ ਸਾਰੀ ਜ਼ਿੰਦਗੀ ਇਹਨੇ ਮਾੜੇ ਕੰਮ ਕੀਤੇ ਆ, ਇਹਨੂੰ ਅਸੀਂ ਲੈ ਕੇ ਜਾਣਾ। ਦੇਵਦੂਤ ਕਹਿਣ ਕੀਤੇ ਸੀ ਸਾਰੀ ਜ਼ਿੰਦਗੀ ਇਹਨੇ ਮਾੜੇ ਕੰਮ, ਪਰ ਹੁਣ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਹੋ ਗਈ, ਇਸ਼ਾਰਾ ਹੋ ਗਿਆ, ਹੁਣ ਇਹ ਮੁਕਤ ਹੋ ਗਿਆ, ਹੁਣ ਅਸੀਂ ਲੈ ਕੇ ਜਾਣਾ। ਇਹ ਜਨਮ ਸਾਖੀ ਦਾ ਬਚਨ ਹੈ, ਪੂਰੇ ਸੱਚ ਹੈ। ਜਿਸ ਤੇ ਸਾਹਿਬ ਦੀ ਦਇਆ ਦ੍ਰਿਸ਼ਟੀ ਹੋਵੇ ਉਹਨਾਂ ਦੇ ਨੇੜੇ ਜਮ ਨਹੀਂ ਆਉਂਦੇ। ਜੋ ਤੇਰਾ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁਖ ਨਾਸਾ। ਹੇ ਪ੍ਰਭੂ, ਜਿਹੜੇ ਤੇਰੇ ਪ੍ਰੇਮ ਦੇ ਰੰਗ ਵਿੱਚ ਰੱਤੇ ਹੋਏ ਨੇ ਸੁਆਮੀ, ਮਹਾਰਾਜ ਤੁਹਾਡੇ ਪ੍ਰੇਮ ਦੇ ਰੰਗ ਦੇ ਵਿੱਚ ਰੱਤੇ ਹੋਏ ਨੇ ਸੁਆਮੀ, ਤਿਨਾਂ ਦਾ ਜਨਮ ਤੇ ਮਰਨ ਦਾ ਦੁੱਖ ਨਸ ਗਿਆ। ਤਿਨ ਕਾ ਜਨਮ ਮਰਨ ਦੁੱਖ ਨਾਸਾ, ਉਹਨਾਂ ਦਾ ਜਨਮ ਤੇ ਮਰਨ ਦਾ ਦੁੱਖ ਨਿਰਵਿਰਤ ਹੋ ਗਿਆ। ਤੇਰੀ ਬਖਸ਼ ਨਾ ਮਿਟ ਕੋਈ, ਸਤਿਗੁਰ ਕਾ ਦਿਲਾਸਾ। ਹੇ ਪ੍ਰਭੂ, ਜਿਹੜੀ ਤੇਰੀ ਬਖਸ਼ਿਸ਼ ਹੈ ਨਾ, ਜਿਹੜੀ ਤੂੰ ਦੇਣੀ ਹੈ ਦਾਤ ਕਿਸੇ ਨੂੰ, ਉਹਨੂੰ ਕੋਈ ਮੇਟ ਨਹੀਂ ਸਕਦਾ। ਸਾਰੀ ਦੁਨੀਆ ਇੱਕ ਪਾਸੇ ਖਲੋ ਜਾਏ ਤੇ ਆਖੇ ਮੈਂ ਇਹਦੇ ਕੋਲੋਂ ਆ ਵਸਤ ਖੋਣੀ ਹੈ, ਤੇ ਜੇ ਪਰਮੇਸ਼ਰ ਨੇ ਉਹ ਵਸਤ ਦੇਣੀ ਹੋਵੇ ਤੇ ਪੂਰੀ ਦੁਨੀਆ ਲੱਗ ਕੇ ਵੀ ਉਹਦੇ ਕੋਲੋਂ ਵਸਤ ਖੋ ਨਹੀਂ ਸਕਦੀ। ਤੇ ਜੇ ਉਹਨੇ ਨਹੀਂ ਦੇਣੀ ਤੇ ਸਾਰੀ ਦੁਨੀਆ ਕਹੇ ਵਸਤੂ ਇਹਨੂੰ ਦੇਣੀ ਹੈ ਤੇ ਨਹੀਂ ਦੇ ਸਕਣਗੇ। ਹੇ ਪ੍ਰਭੂ ਜੀ, ਜਿਹੜੀ ਤੁਹਾਡੀ ਦਿੱਤੀ ਹੋਈ ਬਖਸ਼ਿਸ਼ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ, ਉਹਨੂੰ ਕੋਈ ਨਹੀਂ ਮੇਟ ਸਕਦਾ। ਪੂਰੇ ਦਿਲਾਸਾ, ਇਹ ਧੀਰਜ ਸਤਿਗੁਰੂ ਜੀ ਨੇ ਦਿੱਤਾ ਸਾਨੂੰ। ਸਤਿਗੁਰ ਕਾ ਦਿਲਾਸਾ, ਇਹ ਦਿਲਾਸਾ, ਇਹ ਧੀਰਜ ਸਾਡੇ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਕਿ ਜਿਹੜੀ ਬਖਸ਼ਿਸ਼ ਅਕਾਲ ਪੁਰਖ ਪਰਮੇਸ਼ਰ ਨੇ ਤੁਹਾਨੂੰ ਕਰ ਦਿੱਤੀ ਹੈ ਉਹਨੂੰ ਕੋਈ ਨਹੀਂ ਮੇਟ ਸਕਦਾ। ਬੜੇ ਯਤਨ ਹੋਏ, ਕੇਸਨ ਵਾਲੇ ਜੋ ਨਰ ਹੋਈ, ਬਾਲ ਬਿਰਦ ਲਬ ਛੱਡੋ ਨਾ ਕੋਈ। ਸਿਰ ਪਰ ਹੋਵੇਂ ਜਿਸਕੇ ਕੇਸ ਰਹਿਣ ਨਾ ਪਾਵੇਂ ਹਮਰੇ ਦੇਸ। ਉਸ ਵੇਲੇ ਤੇ ਜ਼ਕਰੀਏ ਨੇ, ਮੀਰ ਮੰਨੂ ਨੇ ਗੱਲਾਂ ਕਹੀਆਂ ਸਨ, ਪਰ ਉਹਨਾਂ ਦਾ ਅੱਜ ਖੁਰਾ ਖੋਜ ਨਹੀਂ, ਕਿਉਂਕਿ ਇਹ ਬਖਸ਼ਿਸ਼ ਖਾਲਸੇ ਪੰਥ ਦੀ ਸਾਜਨਾ ਗੁਰੂ ਕਲਗੀਧਰ ਨੇ ਕੀਤੀ ਹੈ। ਕੌਣ ਮੇਟਦਾ? ਅਬਦਾਲੀ ਨੇ ਯਤਨ ਕੀਤਾ। ਤੁਰਕਾਂ ਤੇ ਜਰਵਾਣਿਆਂ ਦਾ ਉਹ ਸਮਾਂ ਬੀਤ ਗਿਆ, ਚਲਾ ਗਿਆ, ਖਾਲਸੇ ਦਾ ਰਾਜ ਸਥਾਪਿਤ ਹੋ ਗਿਆ, ਦੇਸ਼ ਫਿਰ ਗੁਲਾਮ ਹੋਇਆ। ਗੁਲਾਮ ਹੋਏ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅੰਗਰੇਜ਼ਾਂ ਤੋਂ ਸਿੱਖਾਂ ਨੇ ਫਿਰ ਵੱਡੀਆਂ ਕੁਰਬਾਨੀਆਂ ਕੀਤੀਆਂ, ਫਿਰ ਜੂਝੇ, ਫਿਰ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ, ਫਿਰ ਕਾਲੇ ਪਾਣੀਆਂ ਦੀ ਸਜ਼ਾ ਨੂੰ ਭੁਗਤਿਆ, ਜਲਾਵਤਨੀ ਕੱਟੀ। ਔਰ ਪੂਰੇ ਹਿੰਦੁਸਤਾਨ ਦੇ ਵਿੱਚ 10% ਤੇ 90% ਸਾਡੇ ਸਿੱਖ ਪੰਜਾਬੀ ਉਸ ਆਜ਼ਾਦੀ 'ਚ ਜੂਝੇ। ਫਿਰ ਉਹ ਜ਼ਕਰੀਏ ਵਰਗੀ ਸਰਕਾਰ, ਫਿਰ ਉਹ ਇਹੋ ਜਿਹੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਆਖਿਆ ਵੀ ਇਹ ਜਿਹੜੇ ਕੇਸਾਂ ਵਾਲੇ ਨੇ, ਇਹ ਕਛਹਿਰਿਆਂ ਵਾਲੇ ਨੇ, ਪਾਕਿਸਤਾਨ ਭੇਜਾਂਗੇ। ਇਹ ਨਾਰਾ ਵੀ ਲੱਗਾ ਸੀ। ਉਸ ਵੇਲੇ ਸਭ ਤੋਂ ਵੱਧ ਆਹਤ ਹੋਇਆ ਸੀ ਹਿਰਦਾ ਕਿ ਜਿਸ ਦੇਸ਼ ਦੀਆਂ ਕੁਰਬਾਨੀਆਂ, ਜਿਸ ਦੇਸ਼ ਨੂੰ ਆਜ਼ਾਦ ਕਰਨ ਲਈ ਸਭ ਤੋਂ ਵੱਧ ਕੁਰਬਾਨੀਆਂ ਗੁਰਸਿੱਖਾਂ ਦੀਆਂ ਹੋਣ, ਉਹਨਾਂ ਪ੍ਰਤੀ ਨਾ ਲੋਕਾਂ ਦੀ ਕਿਹੋ ਜਿਹੀ ਬਿਰਤੀ ਹੈ। ਪਰ ਇਹ ਗੁਰੂ ਕਾ ਪੰਥ ਹੈ,
ਗੇਂਦ ਜਿੰਨੀ ਜ਼ਮੀਨ ਤੇ ਸੁੱਟੀ ਜਾਂਦੀ ਹੈ ਨਾ, ਜ਼ੋਰ ਨਾਲ ਉਨੀ ਉੱਪਰ ਨੂੰ ਬੁੜਕਦੀ ਹੈ। ਜਿੰਨਾ ਦਬਾਉਣ ਦਾ ਯਤਨ ਕੀਤਾ ਸਰਕਾਰਾਂ ਵੱਲੋਂ, ਜਿੰਨਾ ਦਬਾਉਣ ਦਾ ਯਤਨ ਕੀਤਾ ਗਿਆ, ਖਤਮ ਕਰਨ ਦਾ ਯਤਨ ਕੀਤਾ ਗਿਆ, ਇਹ ਗੁਰੂ ਕਲਗੀਆਂ ਵਾਲੇ ਬਾਜਾਂ ਵਾਲੇ ਦਾ ਪੰਥ ਹੋਰ ਨਹੀਂ ਉਭਰਿਆ। ਤਖਤਾਂ ਨੂੰ ਢਹਿ ਢੇਰੀ ਕਰਨ ਵਾਸਤੇ ਤੋਪਾਂ ਚਾੜ ਕੇ ਲਿਆਏ, ਕੀ ਕੁਝ ਨਹੀਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਵਿੱਚ ਇਹਨਾਂ ਗੋਲੀਆਂ ਤੱਕ ਦਾਗੀਆਂ। ਉਹ ਪਾਵਨ ਸਰੂਪ ਜਿੱਥੋਂ ਮੇਰੇ ਸਾਹਿਬ ਦਇਆਨਿਧ ਸਵਾਮੀ ਜੀ ਹੋਕਾ ਦਿੰਦੇ ਨੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਹਨਾਂ ਉੱਥੇ ਸਟੇਨ ਗੰਨਾ ਬੀੜ ਕੇ ਉਸ ਪਾਵਨ ਬੀੜ ਵਿੱਚ ਮਹਾਰਾਜ ਜੀ ਦੇ ਸਰੂਪ ਵਿੱਚ ਗੋਲੀਆਂ ਮਾਰੀਆਂ। ਪਰ ਇਹ ਗੁਰੂ ਨਾਨਕ ਦਾ ਬੀਜਿਆ ਬੀਜ ਹੈ, ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ਿਸ਼ ਹੈ ਪੰਥ। ਮਹਾਰਾਜ ਜੀ ਕਹਿੰਦੇ ਮੈਂ ਇਹਦੀਆਂ ਜੜ੍ਹਾਂ, ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸੇ ਪੰਥ ਦੀਆਂ ਜੜ੍ਹਾਂ ਮੈਂ ਅਕਾਲ ਪੁਰਖ ਦੇ ਢਿੱਡ 'ਚ ਬੀਜੀਆਂ ਹੋਈਆਂ ਨੇ। ਹੁਣ ਕਿਸੇ 'ਚ ਇੰਨੀ ਤਾਕਤ ਨਹੀਂ ਕਿ ਅਕਾਲ ਪੁਰਖ ਦਾ ਪੇਟ ਪਾੜ ਕੇ ਇਹਦੀਆਂ ਜੜ੍ਹਾਂ ਨੂੰ ਪੁੱਟ ਸਕੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ ਪ੍ਰਭੂ ਇਹ ਤੇਰੀ ਬਖਸ਼ਿਸ਼ ਹੈ, ਤੇਰੀ ਬਖਸ਼ਿਸ਼ ਨੂੰ ਕੋਈ ਨਹੀਂ ਮੇਟ ਸਕਦਾ। ਇਹ ਦਿਲਾਸਾ, ਇਹ ਧੀਰਜ ਸਾਡੇ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੈ ਕਿ ਜੋ ਸਾਹਿਬ ਨੇ ਸਾਨੂੰ ਬਖਸ਼ਿਆ ਉਸ ਨੂੰ ਕੋਈ ਨਹੀਂ ਮੇਟ ਸਕਦਾ। ਹਾਂਜੀ, ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧ ਹੈ। ਜਿਹੜੇ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ ਉਹ ਸੁਖ ਫਲ ਦੀ ਪ੍ਰਾਪਤੀ ਕਰਦੇ ਹਨ। ਔਰ ਅੱਠੇ ਪੈਰ ਨਿਰੰਤਰ ਇੱਕ ਰਸ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਆਰਾਧਨਾ ਕਰਦੇ। ਆਠ ਪਹਿਰ ਆਰਾਧ ਹੈ, ਅੱਠੇ ਪੈਰ ਨਿਰੰਤਰ ਇੱਕ ਰਸ, ਉਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਆਰਾਧਨਾ ਕਰਦੇ ਹਨ। ਤੇਰੀ ਸ਼ਰਨ ਤੇਰਾ ਪਰਵਾਸੈ, ਪੰਚ ਦੁਸ਼ਟ ਲੈ ਸਾਧ ਹੈ। ਇਹ ਪ੍ਰਭੂ ਜਿਹੜੇ ਤੇਰੇ ਜਨ ਨੇ ਉਹਨਾਂ ਨੇ ਤੇਰੀ ਸ਼ਰਨ ਨੂੰ ਸਰੀਰ ਕਰਕੇ ਧਾਰਨ ਕੀਤਾ ਔਰ ਮਨ ਕਰਕੇ ਤੇਰਾ ਪ੍ਰਵਾਸਾ ਰੱਖਿਆ। ਤਨ ਕਰਕੇ ਤੇਰੀ ਸ਼ਰਨ ਵਿੱਚ ਨੇ ਔਰ ਮਨ ਕਰਕੇ ਤੇਰਾ ਭਰੋਸਾ ਰੱਖਦੇ ਨੇ, ਤੇਰਾ ਪ੍ਰਵਾਸਾ। ਉਹਨਾਂ ਨੇ ਜਿਹੜੇ ਪੰਜ ਦੁਸ਼ਟ ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਸਾਧ ਲਿਆ, ਇਹਨਾਂ ਨੂੰ ਕਾਬੂ ਕਰ ਲਿਆ। ਤੇਰੀ ਸ਼ਰਨ 'ਚ ਪੈ ਕੇ ਤੇਰੇ ਭਰੋਸੇ ਨਾਲ, ਆਪਣਾ ਬਲ ਨਹੀਂ ਉਹਨਾਂ ਵਰਤਿਆ, ਤੇਰੀ ਸ਼ਰਨ 'ਚ ਪੈ ਕੇ ਤੇਰੇ ਪ੍ਰਵਾਸੇ ਨਾਲ ਉਹਨਾਂ ਨੇ ਇਹਨਾਂ ਪੰਜ ਦੁਸ਼ਟਾਂ ਨੂੰ ਸਾਧ ਲਿਆ, ਯਾਨੀ ਕਿ ਕਾਬੂ ਕਰ ਲਿਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਹੇ ਪ੍ਰਭੂ, ਮੈਂ ਨਾ ਤਾਂ ਗਿਆਨ ਨੂੰ ਜਾਣਦਾ ਹਾਂ, ਮੈਨੂੰ ਨਹੀਂ ਪਤਾ ਗਿਆਨ ਕੀ ਹੈ, ਮੈਨੂੰ ਧਿਆਨ ਦਾ ਵੀ ਨਹੀਂ ਪਤਾ ਧਿਆਨ ਕਿਵੇਂ ਲਾਉਣਾ, ਨਾ ਮੈਨੂੰ ਕਿਸੇ ਕਰਮ ਦਾ ਪਤਾ ਹੈ। ਮਹਾਰਾਜ ਮੈਂ ਤਾਂ ਇਹੋ ਜਿਹਾ ਅਲਪੱਗ ਜੀਵ ਹਾਂ, ਮੈਂ ਤੇਰੀ ਸਾਰ ਵੀ ਨਹੀਂ ਜਾਣਦਾ। ਤੂੰ ਕਿੱਡਾ ਕੀਮਤੀ ਹੈ, ਤੂੰ ਕਿਤਨਾ ਬਹੁਮੁੱਲਾ ਹੈ, ਤੂੰ ਕਿਤਨਾ ਨਾਯਾਬ ਹੈ। ਹੇ ਪ੍ਰਭੂ, ਮੈਂ ਤਾਂ ਤੇਰੀ ਸਾਰ ਨੂੰ ਵੀ ਨਹੀਂ ਜਾਣਦਾ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪਰ ਮਹਾਰਾਜ ਜੀ ਕਹਿੰਦੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ। ਧੰਨ ਗੁਰੂ ਰਾਮਦਾਸ ਚੌਥੇ ਨਾਨਕ ਸਭ ਤੋਂ ਵੱਡੇ ਨੇ, ਜਿਨ੍ਹਾਂ ਨੇ ਮੇਰੀ ਪੈਜ ਰੱਖ ਲਈ ਹੈ, ਮੇਰੀ ਪੱਤ ਰੱਖ ਲਈ। ਕਲ ਦਾ ਮਤਲਬ ਹੁੰਦਾ ਪੱਤ ਰੱਖਣੀ, ਜਿਨ ਕਲ ਰਾਖੀ ਮੇਰੀ। ਕਲ ਮਤਲਬ ਪੱਤ, ਆਬਰੂ। ਕਈ ਅਰਥ ਕਰ ਲੈਂਦੇ ਆ ਵੀ ਜਿਨ੍ਹਾਂ ਨੇ ਕੱਲ ਨੂੰ ਮੇਰੀ ਰੱਖੀ ਸੀ, ਯਾਨੀ ਕਿ ਅੱਜ ਨਹੀਂ ਰੱਖੇਗਾ ਫਿਰ ਉਹ। ਕਈ ਗੁਰਮੁਖ ਅਰਦਾਸ ਕਰਦੇ ਮਹਾਰਾਜ ਪੁਸ਼ਾਕੇ ਭੇਟ ਕੀਤੇ ਨੇ, ਲੋੜ ਪੈਣ ਤੇ ਲੋਕ ਪਰਲੋਕ ਵਿੱਚ ਪੜਦੇ ਕੱਜਿਓ। ਵੀ ਲੋੜ ਪੈਣ ਤੇ ਹੀ ਕੱਜਣਾ, ਅੱਗੇ ਪਿੱਛੇ ਨਹੀਂ ਕੱਜਣਾ। ਗਰੀਬ ਨਿਵਾਜ ਸਾਹਿਬ ਸੱਚੀ ਪਾਤਸ਼ਾਹ ਕਹਿੰਦੇ ਹੈ ਪ੍ਰਭੂ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ ਇੱਕ ਦੋ ਚਾਰਾਂ ਤੋਂ ਨਹੀਂ, ਸਭ ਤੋਂ ਵੱਡੇ ਨੇ। ਕਿਉਂਕਿ ਮੇਰੇ 'ਚ ਗਿਆਨ ਵੀ ਨਹੀਂ ਸੀ, ਧਿਆਨ ਵੀ ਨਹੀਂ ਸੀ, ਮੈਂ ਕੋਈ ਚੰਗਾ ਕਰਮ ਵੀ ਨਹੀਂ ਸੀ ਕੀਤਾ, ਉਹਨਾਂ ਨੇ ਫਿਰ ਵੀ ਮੇਰੀ ਪੈਜ ਰੱਖੀ ਹੈ, ਮੇਰੀ ਪੱਤ ਰੱਖੀ ਹੈ।
ਹਾਂਜੀ। ਸੂਹੀ ਮਹੱਲਾ ਪੰਜਵਾ। ਸਗਲ ਤਿਆਗ ਗੁਰ ਸ਼ਰਣੀ ਆਇਆ, ਰਾਖੋ ਰਾਖਣ ਹਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਹੈ ਪ੍ਰਭੂ ਮੈਂ ਸਭ ਕੁਝ ਛੱਡ ਕੇ ਤੁਹਾਡੀ ਸ਼ਰਨ ਆਇਆ, ਸਭ ਕੁਝ ਤਿਆਗ ਕੇ ਤੁਹਾਡੀ ਸ਼ਰਨ ਆਇਆ। ਰਾਖੋ ਰਾਖਣ ਹਾਰੇ, ਮੈਂ ਸਭ ਤਿਆਗ ਕੇ, ਸਾਰੀਆਂ ਆਸਾਂ ਲਾਹ ਕੇ, ਸਾਰੇ ਦੁਆਰ ਛੱਡ ਕੇ ਮਹਾਰਾਜ ਤੁਹਾਡੀ ਸ਼ਰਨ ਆ ਗਿਆ। ਹੇ ਰੱਖਣਹਾਰ ਸਾਹਿਬ ਰੱਖ ਲੋ। ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ। ਸਗਲ ਤਿਆਗ ਗੁਰ ਸਰਣੀ ਆਇਆ, ਸਗਲ ਤਿਆਗ ਗੁਰ ਸਰਣੀ ਆਇਆ। ਸਗਲ ਤਿਆਗ ਗੁਰ ਸ਼ਰਣੀ ਆਇਆ, ਸਗਲ ਤਿਆਗ ਗੁਰ ਸ਼ਰਣੀ ਆਇਆ। ਸਗਲ ਤਿਆਗ ਗੁਰ ਸਰਣੀ ਆਇਆ, ਸਗਲ ਤਿਆਗ ਗੁਰ ਸਰਣੀ ਆਇਆ। ਸਗਲ ਤਿਆਗ ਗੁਰ ਸ਼ਰਣੀ ਆਇਆ, ਸਗਲ ਤਿਆਗ ਗੁਰ ਸ਼ਰਣੀ ਆਇਆ। ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ। ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ, ਰਾਖੋ ਰਾਖਣ ਹਾਰੇ। ਮਹਾਰਾਜ ਤੁਹਾਡੀ ਸ਼ਰਨ ਆ ਗਏ ਹਾਂ, ਸਭ ਕੁਝ ਛੱਡ ਕੇ ਤੁਹਾਡੀ ਸ਼ਰਨ ਆ ਪਏ ਹਾਂ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਮਹਾਰਾਜ ਰੱਖ ਲੋ, ਤੁਹਾਡੀ ਸ਼ਰਨ ਵਿੱਚ ਹਾਂ। ਜਿਤ ਤੂੰ ਲਾਵਹਿ ਤਿਤ ਹਮ ਲੱਗਹਿ, ਕਿਆ ਇਹ ਜੰਤ ਵਿਚਾਰੇ। ਮਹਾਰਾਜ ਜਿੱਥੇ ਤੁਸੀਂ ਲਾਉਂਦੇ ਹੋ ਅਸੀਂ ਉੱਥੇ ਲੱਗਦੇ ਹਾਂ। ਅਸੀਂ ਇਹ ਵਿਚਾਰੇ ਜੰਤ, ਮਹਾਰਾਜ ਇਹ ਵਿਚਾਰੇ ਜੰਤ ਕੀ ਹਨ, ਇਹਨਾਂ ਦੀ ਕੀ ਤਾਕਤ ਹੈ? ਮਿੱਟੀ ਦੇ ਪੁਤਲੇ ਨੇ, ਹਵਾ ਦੀਆਂ ਭਰੀਆਂ ਪੁਤਲੀਆਂ ਨੇ। ਮਹਾਰਾਜ ਇਹ ਕੀ ਹਨ? ਜਿੱਧਰ ਜਿੱਧਰ ਤੁਸੀਂ ਲਾਉਂਦੇ ਹੋ ਮੇਰੇ ਸਾਹਿਬ, ਤਿੱਧਰ ਅਸੀਂ ਲੱਗਦੇ ਹਾਂ। ਮੇਰੇ RAM ਜੀ ਤੂੰ ਪ੍ਰਭ ਅੰਤਰਜਾਮੀ। ਏ ਮੇਰੇ RAM ਜੀ ਤੁਸੀਂ ਪ੍ਰਭੂ ਹੋ, ਸਭ ਦਿਆਂ ਦਿਲਾਂ ਦੀਆਂ ਜਾਣਨ ਵਾਲੇ, ਅੰਤਰਜਾਮੀ ਹੋ। ਕਰ ਕਿਰਪਾ ਗੁਰਦੇਵ ਦਇਆਲਾ, ਗੁਣ ਗਾਵਾਂ ਨਿਤ ਸੁਆਮੀ। ਏ ਮੇਰੇ ਗੁਰਦੇਵ, ਹੈ ਮੇਰੇ ਦਿਆਲੂ ਸਾਹਿਬ ਜੀ ਸਾਡੇ ਤੇ ਕਿਰਪਾ ਕਰੋ ਕਿ ਨਿਤ ਤੁਹਾਡੇ ਗੁਣ ਗਾਵਾਂ, ਨਿਤ ਤੁਹਾਡੇ ਗੁਣਾਂ ਨੂੰ ਗਾਇਨ ਕਰਾਂ ਜਦੋਂ ਤੱਕ ਸਰੀਰ 'ਚ ਸਾਹ ਚੱਲਣ। ਮਹਾਰਾਜ ਅੰਤਲੇ ਸਾਹਾਂ ਤੱਕ ਤੁਹਾਡੇ ਗੁਣਾਂ ਨੂੰ ਗਾਵਾਂ, ਇਹ ਕਿਰਪਾ ਸਾਡੇ ਤੇ ਕਰੋ। ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਆ, ਗੁਰ ਪ੍ਰਸਾਦ ਭਉ ਤਰੀਆ। ਅੱਠੇ ਪੈਰ ਆਪਣੇ ਪ੍ਰਭੂ ਨੂੰ ਧਿਆਈਏ। ਜਦੋਂ ਗੁਰੂ ਸਾਹਿਬ ਦਾ ਪ੍ਰਸਾਦ ਕਿਰਪਾ ਵਰਤੇਗੀ ਤਾਂ ਫਿਰ ਇਸ ਸੰਸਾਰ ਸਮੁੰਦਰ ਤੋਂ ਤਰੀਦਾ ਹੈ। ਆਪ ਤਿਆਗ ਹੋਈਐ ਸਭ ਰੇਣਾ, ਜੀਵਤਿਆਂ ਇਉ ਮਰੀਆ। ਗੁਰੂ ਪਾਤਸ਼ਾਹ ਕਹਿੰਦੇ ਆ, ਸਿੱਖਾ ਆਪਣਾ ਆਪ ਤਿਆਗ ਕੇ ਸਭ ਦੇ ਚਰਨਾਂ ਦੀ ਰੇਣ ਹੋ ਕੇ ਰਹਿ, ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿ, ਸਭ ਚੰਗੇ ਆ ਮੇਰੇ ਤੋਂ।
ਜੀਵ ਤਿਆਇਓ ਮਰੀਆ ਜਿਉਂਦਿਆਂ ਜੀ ਇਦਾਂ ਆਪਣੇ ਹਿਰਦੇ ਚੋਂ ਆਪਣੇ ਆਪ ਨੂੰ ਮਾਰ ਲੈ। ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ। ਉਸ ਦਾ ਜਨਮ ਸਫਲ ਹੈ ਇਸ ਜਗਤ ਵਿੱਚ ਜਿਹੜੇ ਸਾਧ ਸੰਗਤ ਦੁਆਰਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਸਗਲ ਮਨੋਰਥ ਤਿਸ ਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ। ਉਹਦੇ ਸਾਰੇ ਮਨੋਰਥ ਪੂਰਨ ਹੋ ਜਾਂਦੇ ਨੇ ਜਿਨ੍ਹਾਂ ਤੇ ਮੇਰਾ ਪ੍ਰਭੂ ਆਪ ਆਪਣੀ ਦਇਆ ਕਰਦਾ ਹੈ, ਆਪ ਆਪਣਾ ਤਰਸ ਕਰਦਾ ਹੈ। ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਇਆਲਾ। हे ਪ੍ਰਭੂ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਕਿਰਪਾਲੂ ਹੋ ਤੇ ਮੈਂ ਤੁਹਾਡੀ ਸ਼ਰਨ ਵਿੱਚ ਹਾਂ। हे ਦਿਆਲੂ ਸਾਹਿਬ ਜੀ, ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ। ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਾਧੂਆਂ ਦੇ ਚਰਨਾਂ ਦੀ ਰਵਾਲ ਧੂੜੀ ਬਖਸ਼ੋ। ਹੁਕਮਨਾਮੇ ਚ ਵੀ ਕਿਹਾ ਰੇਨ ਪੱਗ ਸਾਧਾ, ਇੱਥੇ ਵੀ ਕਹਿੰਦੇ ਆ ਨਾਨਕ ਸਾਧ ਰਵਾਲਾ। ਮੈਨੂੰ ਸਾਧੂਆਂ ਦੇ ਚਰਨਾਂ ਦੀ ਧੂੜੀ ਬਖਸ਼ੋ, ਨਾਮਦਾਨ ਬਖਸ਼ੋ। ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡਾ ਗਾਵਿਆ ਸੁਣਿਆ ਥਾਂ ਪਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, ਜਗਤ ਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਤਿਗੁਰੂ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਕੱਲ ਸਵੇਰੇ 21 ਮਾਰਚ ਨੂੰ ਕਈ ਦਿਨਾਂ ਤੋਂ ਆਪ ਜੀ ਦੇ ਚਰਨਾਂ 'ਚ ਜੋ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ, ਸੁਭਾਗਾ ਦਿਨ ਆਇਆ ਹੈ ਕੱਲ ਦਾ 21 ਮਾਰਚ। ਕੱਲ ਸਵੇਰੇ 9 ਵਜੇ ਤੋਂ ਦੁਪਹਿਰੇ 1 ਵਜੇ ਤੱਕ ਮਹਾਨ ਗੁਰਮਤ ਸਮਾਗਮ ਹੋ ਰਹੇ ਨੇ। ਵੈਸੇ ਦੀਵਾਨ ਦੀ ਆਰੰਭਤਾ ਤਾਂ ਸਵੇਰੇ ਕਥਾ ਦੇ ਨਾਲ 7 ਵਜੇ ਹੀ ਹੋ ਜਾਏਗੀ। ਕੱਲ ਸਵੇਰ ਦੀ ਜਿਹੜੀ ਕਥਾ ਹੈ ਉਹ ਬਾਹਰ ਦੀਵਾਨ ਹਾਲ ਵਿੱਚ ਹੀ ਹੋਵੇਗੀ। ਸੰਗਤਾਂ ਨੇ ਉੱਥੇ ਹੀ ਹਾਜ਼ਰੀ ਭਰ ਰਹੀਆਂ ਕੱਲ ਸਵੇਰੇ ਕਥਾ ਦੇ ਸਮੇਂ ਵੀ। ਅਖੰਡ ਪਾਠ ਸਾਹਿਬ ਕੱਲ ਪ੍ਰਾਰੰਭ ਹੋ ਚੁੱਕੇ ਹਨ, ਜਿਨ੍ਹਾਂ ਦੀ ਸਮਾਪਤੀ ਕੱਲ ਸਵੇਰੇ ਤਕਰੀਬਨ 6:30 ਵਜੇ ਨਾਲ ਹੋਵੇਗੀ। ਉਪਰੰਤ 7 ਵਜੇ ਦੀਵਾਨ ਸਜ ਜਾਣਗੇ। ਪੰਥ ਦੇ ਮਹਾਨ ਵਿਦਵਾਨ ਕਥਾਕਾਰ ਬਾਬਾ ਬੰਤਾ ਸਿੰਘ ਜੀ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਸਤਿੰਦਰਬੀਰ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ। ਔਰ ਇਹ ਸਮਾਗਮ ਬੜੀ ਚੜ੍ਹਦੀ ਕਲਾ ਵਿੱਚ ਸੰਗਤ ਨੇ ਮਨਾਉਣੇ ਨੇ। ਗੁਰਸਿੱਖਾਂ ਦੀ ਸੰਗਤ ਦੀ ਹਾਜ਼ਰੀ ਵੱਧ ਤੋਂ ਵੱਧ ਹੋਵੇ ਤਾਂ ਜੋ 9ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਅਸੀਂ ਖੁਸ਼ੀਆਂ ਲੈ ਸਕੀਏ। ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਨੇ 9ਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ। ਕੱਲ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਜਿਨ੍ਹਾਂ ਮਾਈਆਂ ਭਾਈਆਂ ਨੇ ਖੰਡੇ ਦੀ ਪੌਲ ਨਹੀਂ ਛਕੀ, ਉਹ ਖੰਡੇ ਦੀ ਪੌਲ ਛਕ ਕੇ ਗੁਰੂ ਵਾਲੇ ਬਣੋ ਤੇ 9ਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਬੇਨਤੀ ਸਾਰੀ ਸੰਗਤ ਨੇ ਪ੍ਰਵਾਨ ਕਰਨੀ ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।